ਸਾਰੇ ਵਿਦਿਆਰਥੀਆਂ ਨੂੰ ਮੈਂ ਕੁਲਦੀਪ ਸਿੰਘ ਲੈਕਚਰਰ ਪੰਜਾਬੀ ਲਿਟਰੇਚਰ ਜੀ ਆਇਆਂ ਆਖਦਾ ਹਾਂ, ਸਵਾਗਤ ਕਰਦਾ ਹਾਂ ਵਿਆਕਰਨ ਦੀ ਇਸ ਪ੍ਰਸ਼ਨੋਤਰੀ ਦੇ ਵਿੱਚ। ਜਿਵੇਂ ਕਿ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਵਿਆਕਰਨ ਤੋਂ ਸੰਬੰਧਿਤ ਜਿਹੜੇ ਸਾਰੇ ਟੌਪਿਕ ਤੁਸੀਂ ਕਰ ਚੁੱਕੇ ਹੋ, ਤਾਂ ਇਸ ਨਾਲ ਜੁੜੇ ਪ੍ਰਸ਼ਨ ਉੱਤਰ ਵੀ ਆਪਾਂ ਕਰਦੇ ਹਾਂ ਤਾਂ ਕਿ ਆਪਾਂ ਦੇਖੀਏ ਕਿ ਆਪਾਂ ਕਿੰਨਾ ਕੁ ਸਿੱਖ ਪਾਏ ਹਾਂ। ਇੱਕ ਗੱਲ ਹੋਰ ਜਿਹੜੀ ਮੈਂ ਦੇਖੀ ਹੈ ਕਿ ਬਹੁਤ ਸਾਰੇ ਵਿਦਿਆਰਥੀ ਜਦੋਂ ਉਹ ਸਕੂਲਾਂ ਦੇ ਵਿੱਚ ਪੜ੍ਹਦੇ ਹੁੰਦੇ ਆ ਤਾਂ ਉਦੋਂ ਉਹ ਧਿਆਨ ਨਹੀਂ ਦਿੰਦੇ ਜੋ ਉਹਨਾਂ ਨੂੰ ਗੁਰੂ ਜੀ ਕਰਵਾਉਂਦੇ ਹਨ, ਜਾਂ ਕਿਤਾਬਾਂ ਨੂੰ ਉਹ ਚੰਗੇ ਤਰੀਕੇ ਦੇ ਨਾਲ ਨਹੀਂ ਪੜ੍ਹਦੇ, ਅਤੇ ਬਾਅਦ ਦੇ ਵਿੱਚ ਜਦੋਂ ਉਹਨਾਂ ਨੇ ਪ੍ਰਤੀਯੋਗੀ ਪ੍ਰੀਖਿਆਵਾਂ ਦੇਣੀਆਂ ਹੁੰਦੀਆਂ ਹਨ ਤਾਂ ਉਹ ਜਿਹੜੀਆਂ ਬੋਰਡ ਦੀਆਂ ਕਿਤਾਬਾਂ ਹੁੰਦੀਆਂ ਹਨ ਉਹਨਾਂ ਦੀ ਮੰਗ ਕਰਦੇ ਹਨ। ਤਾਂ ਹੁਣ ਤੁਹਾਡੇ ਕੋਲ ਸਾਰੀਆਂ ਜਮਾਤਾਂ ਦੇ ਜਿਹੜੇ ਵੀਡੀਓ ਲਰਨ ਪੰਜਾਬੀ ਐਪ 'ਤੇ ਉਪਲਬਧ ਹਨ, ਉੱਥੋਂ ਤੁਸੀਂ ਲਾਹਾ ਲੈ ਸਕਦੇ ਹੋ ਅਤੇ ਆਪਣੇ ਜਿਹੜੇ ਛੋਟੇ ਭੈਣ ਭਾਈ ਹਨ ਉਹਨਾਂ ਨੂੰ ਤੁਸੀਂ ਪ੍ਰੇਰਿਤ ਕਰ ਸਕਦੇ ਹੋ ਕਿ ਹੁਣ ਉਹ ਅਗਰ ਹੁਣ ਤੋਂ ਹੀ ਵਧੀਆ ਤਰੀਕੇ ਦੇ ਨਾਲ ਪੜ੍ਹਨਾ ਸਿੱਖ ਲੈਂਦੇ ਹਨ ਤਾਂ ਅੱਗੇ ਜਾ ਕੇ ਪ੍ਰਤੀਯੋਗੀ ਪ੍ਰੀਖਿਆਵਾਂ ਦੇ ਵਿੱਚ ਉਹਨਾਂ ਨੂੰ ਕੋਈ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਊਗਾ। ਤਾਂ ਆਪਾਂ ਬਿਨਾਂ ਟਾਈਮ ਗਵਾਏ ਸ਼ੁਰੂ ਕਰਦੇ ਹਾਂ ਵਿਆਕਰਨ ਤੋਂ ਸੰਬੰਧਿਤ ਪ੍ਰਸ਼ਨੋਤਰੀ। ਇਸ ਪ੍ਰਸ਼ਨੋਤਰੀ ਦੇ ਵਿੱਚ 25 ਸਵਾਲ ਹਨ। ਇਹ ਪਹਿਲਾ ਪਾਰਟ ਹੈ ਅਤੇ ਤੁਹਾਡੇ ਹੁੰਗਾਰੇ ਦੇ ਅਨੁਸਾਰ ਇਸ ਦੇ ਹੋਰ ਪਾਰਟ ਅੱਗੇ ਪੇਸ਼ ਕੀਤੇ ਜਾਣਗੇ। ਤਾਂ ਅਸੀਂ ਪਹਿਲਾ ਸਵਾਲ ਲੈਂਦੇ ਹਾਂ। ਪਹਿਲਾ ਸਵਾਲ ਹੈ ਸਾਡੇ ਕੋਲ, ਭਾਸ਼ਾ ਵਿੱਚ ਧੁਨੀਆਂ ਨੂੰ ਲਿਖਤੀ ਰੂਪ ਵਿੱਚ ਅੰਕਿਤ ਕਰਨ ਲਈ ਵਰਤੇ ਜਾਂਦੇ ਚਿੰਨ੍ਹਾਂ ਨੂੰ ਸਮੂਹ ਰੂਪ ਵਿੱਚ ਕੀ ਕਿਹਾ ਜਾਂਦਾ ਹੈ। ਪ੍ਰਸ਼ਨ ਦੀ ਭਾਸ਼ਾ ਪੜ੍ਹਨੀ ਹੁੰਦੀ ਹੈ, ਇੱਥੇ ਲਿਖਿਆ ਹੈ ਸਮੂਹ ਰੂਪ ਦੇ ਵਿੱਚ। ਵੈਸੇ ਤਾਂ ਅਗਰ ਇੱਕ ਧੁਨੀ ਨੂੰ ਅੰਕਿਤ ਕਰਨਾ ਹੈ ਤਾਂ ਉਸ ਦੇ ਲਈ ਵਰਨ ਆ ਜਾਂਦਾ ਹੈ ਕੋਈ ਵੀ, ਪਰ ਇੱਥੇ ਸਮੂਹ ਰੂਪ ਦੇ ਵਿੱਚ ਅੰਕਿਤ ਕਰਨ ਲਈ ਕੀ ਕਿਹਾ ਜਾਂਦਾ ਹੈ, ਤਾਂ ਸਮੂਹ ਰੂਪ ਦੇ ਵਿੱਚ ਅੰਕਿਤ ਕਰਨ ਲਈ ਸਾਡੇ ਕੋਲ ਜਿਹੜਾ ਉੱਤਰ ਹੈ ਉਹ ਲਿਪੀ ਹੈ। ਭਾਸ਼ਾ ਦੇ ਜਿਹੜੇ ਚਿੰਨ੍ਹ ਹੁੰਦੇ ਹਨ ਉਹਨਾਂ ਨੂੰ ਸਮੂਹ ਰੂਪ ਦੇ ਵਿੱਚ ਜਦੋਂ ਅਸੀਂ ਅੰਕਿਤ ਕਰਦੇ ਹਾਂ ਤਾਂ ਉਹ ਅਸੀਂ ਲਿਪੀ ਦੇ ਰਾਹੀਂ ਕਰਦੇ ਹਾਂ। ਦੂਜਾ ਪ੍ਰਸ਼ਨ ਹੈ ਸਾਡੇ ਕੋਲ ਵਰਨਮਾਲਾ ਤੋਂ ਸੰਬੰਧਿਤ। ਇਹਦੇ ਵਿੱਚ ਦੋ ਕਥਨ ਹਨ ਸਾਡੇ ਕੋਲ। ਊੜਾ ਕਥਨ ਹੈ ਜਿਹੜਾ, ਉਹਦੇ ਵਿੱਚ ਲਿਖਿਆ ਹੋਇਆ ਹੈ ਊੜਾ ਐੜਾ ਈੜੀ ਸੱਸਾ ਹਾਹਾ ਮੁੱਖ ਵਰਗ ਦੇ ਵਰਨ ਹਨ। ਦੂਜਾ ਕਥਨ ਹੈ ਸਾਡੇ ਕੋਲ ਸੱਸੇ ਪੈਰ ਬਿੰਦੀ, ਖੱਖੇ ਪੈਰ ਬਿੰਦੀ, ਗੱਗੇ ਪੈਰ ਬਿੰਦੀ, ਇਸ ਤਰੀਕੇ ਨਾਲ ਲੱਲੇ ਪੈਰ ਬਿੰਦੀ ਅੰਤਿਮ ਵਰਗ ਦੇ ਵਰਨ ਹਨ। ਇਹ ਹੁਣ ਦੋਨੇ ਕਥਨਾਂ ਦਾ ਅਸੀਂ ਨਿਚੋੜ ਕੱਢ ਕੇ ਅਤੇ ਇਸ ਦਾ ਉੱਤਰ ਦੇਣਾ ਹੈ। ਜਿਵੇਂ ਕਿ ਤੁਸੀਂ ਵਰਨਮਾਲਾ ਦੇ ਵਿੱਚ ਦੇਖਦੇ ਹੋ, ਊੜੇ ਤੋਂ ਸ਼ੁਰੂ ਹੋ ਕੇ ਇਸ ਤਰੀਕੇ ਦੇ ਨਾਲ ਉਸਦੇ 8 ਵਰਗ ਬਣਦੇ ਹਨ ਅਤੇ ਡਾੜੇ ਤੱਕ ਜਿਹੜੇ 35 ਅੱਖਰੀ, ਜਿਹਨੂੰ 35 ਕਿਹਾ ਜਾਂਦਾ ਸੀ, ਉਹ ਪੂਰੇ ਹੋ ਜਾਂਦੇ ਹਨ। ਇਹ ਸੀਗਾ ਅੰਤਿਮ ਵਰਗ, ਜਿਹੜਾ ਯਈਆ ਰਾਰਾ ਲੱਲਾ ਵਾਵਾ ਡਾੜਾ, ਇਹ ਅੰਤਿਮ ਵਰਗ ਸੀ। ਤਾਂ ਸਾਡੇ ਕੋਲ ਲਿਖਿਆ ਹੋਇਆ ਹੈ ਜਿਹੜਾ ਸੱਸੇ ਪੈਰ ਬਿੰਦੀ ਵਾਲਾ ਵਰਗ ਹੈ ਉਸ ਨੂੰ ਅੰਤਿਮ ਵਰਗ ਲਿਖਿਆ ਹੋਇਆ ਹੈ। ਇਹ ਅੰਤਿਮ ਵਰਗ ਨਹੀਂ ਹੈ, ਇਹ ਨਵੀਨ ਵਰਗ ਹੈ। ਬਹੁਤੇ ਵਿਦਿਆਰਥੀ ਕਿਉਂਕਿ ਇਹ ਹੁਣ ਵਰਨਮਾਲਾ ਦੇ ਅੰਤ ਦੇ ਵਿੱਚ ਹੈ ਤਾਂ ਇਸ ਨੂੰ ਸਮਝ ਲੈਣਗੇ ਕਿ ਅੰਤਿਮ ਵਰਗ ਦੇ ਵਰਨ ਹਨ। ਇਹ ਅੰਤਿਮ ਵਰਗ ਨਹੀਂ ਹੈ, ਇਹ ਨਵੀਨ ਵਰਗ ਹੈ। ਤਾਂ ਸਾਡੇ ਕੋਲ ਜਿਹੜਾ ਦੂਜਾ ਐੜਾ ਕਥਨ ਸੀ ਉਹ ਗਲਤ ਹੈ। ਪਹਿਲਾ ਕਥਨ ਸਹੀ ਹੈ ਤਾਂ ਇਹਦੇ 'ਚੋਂ ਅਸੀਂ ਆਪਸ਼ਨ ਉਹ ਵਿਕਲਪ ਚੂਜ਼ ਕਰ ਲੈਣਾ ਹੈ। ਊੜਾ ਸਹੀ ਹੈ ਅਤੇ ਐੜਾ ਗਲਤ ਹੈ। ਇਹ ਇਹਦਾ ਉੱਤਰ ਬਣਦਾ ਹੈ। ਇਸ ਪ੍ਰਸ਼ਨ ਦੇ ਵਿੱਚੋਂ ਸਾਨੂੰ ਕਈ ਸਾਰੇ ਪ੍ਰਸ਼ਨ ਮਿਲ ਸਕਦੇ ਹੈ ਕਿਉਂਕਿ ਊੜੇ ਤੋਂ ਸ਼ੁਰੂ ਹੋ ਕੇ ਇਸ ਦੇ 8 ਵਰਗ ਬਣਦੇ ਹਨ। ਇਸ ਨੂੰ ਪਹਿਲਾ ਜਿਹੜਾ ਵਰਗ ਹੈ ਊੜਾ ਐੜਾ ਈੜੀ ਆਹਾ ਵਾਲਾ, ਇਸ ਨੂੰ ਮੁੱਖ ਵਰਗ ਕਿਹਾ ਜਾਂਦਾ ਹੈ ਅਤੇ ਇਸ ਨੂੰ ਕਈ ਵਿਆਕਰਨਾਂ ਦੇ ਵਿੱਚ ਸਵਰ ਵਰਗ ਵੀ ਲਿਖਿਆ ਹੋਇਆ ਕਿਉਂਕਿ ਇਸ ਦੇ ਵਿੱਚ ਊੜਾ ਐੜਾ ਈੜੀ ਇਹ ਸਵਰ ਵੀ ਆਉਂਦੇ ਹਨ। ਤਾਂ ਇਸ ਨੂੰ ਕਈ ਵਿਆਕਰਨਾਂ ਦੇ ਵਿੱਚ ਸਵਰ ਵਰਗ ਵੀ ਲਿਖਿਆ ਹੋਇਆ ਹੈ। ਅਤੇ ਜਿਹੜਾ ਯਈਆ ਰਾਰਾ ਲੱਲਾ ਵਾਵਾ ਡਾੜਾ ਉਹ ਅੰਤਿਮ ਵਰਗ ਹੈ ਅਤੇ ਜਿਹੜਾ ਪੈਰ ਬਿੰਦੀ ਵਾਲੇ ਅੱਖਰ ਹਨ ਜਿਹੜੇ ਬਾਅਦ ਦੇ ਵਿੱਚ ਸ਼ਾਮਿਲ ਕੀਤੇ ਗਏ 35 + 6, ਇਹ 6 ਜਿਹੜੇ ਵਰਨ ਹਨ, ਇਹਨਾਂ ਨੂੰ ਅੰਤਿਮ ਵਰਗ ਨਹੀਂ ਕਿਹਾ ਜਾਂਦਾ, ਇਹਨਾਂ ਨੂੰ ਨਵੀਨ ਵਰਗ ਕਿਹਾ ਜਾਂਦਾ ਹੈ। ਅਗਲੇ ਪ੍ਰਸ਼ਨ ਵੱਲ ਵੱਧਦੇ ਹਾਂ। ਈੜੀ ਨਾਲ ਕਿਹੜੀਆਂ ਲਗਾਂ ਲੱਗਦੀਆਂ ਹਨ? ਸਾਡੇ ਕੋਲ ਇਹ ਸਵਾਲ ਬਹੁਤ ਤਰੀਕਿਆਂ ਦੇ ਨਾਲ ਆ ਸਕਦਾ ਹੈ। ਸਾਡੇ ਕੋਲ 3 ਸਵਰ ਵਾਹਕ ਹਨ, ਊੜਾ ਐੜਾ ਅਤੇ ਈੜੀ। ਹੁਣ ਜਿਹੜੀਆਂ ਤਾਂ ਮਾਤਰਾਵਾਂ ਊੜੇ ਨਾਲ ਲੱਗਦੀਆਂ ਹਨ ਉਹ ਐੜੇ ਨਾਲ ਨਹੀਂ ਲੱਗਦੀਆਂ, ਅਤੇ ਜਿਹੜੀਆਂ ਐੜੇ ਅਤੇ ਈੜੀ ਨਾਲ ਲੱਗਦੀਆਂ ਹਨ ਉਹ ਊੜੇ ਨਾਲ ਨਹੀਂ ਲੱਗਦੀਆਂ। ਜਿਹੜੇ ਵਿਅੰਜਨ ਹਨ ਉਹਨਾਂ ਨੂੰ ਤਾਂ ਸਾਰੀਆਂ ਹੀ ਮਾਤਰਾਵਾਂ ਲੱਗ ਜਾਂਦੀਆਂ ਹਨ, ਪਰ ਇਹ 3 ਸਵਰ ਵਾਹਕ ਹਨ ਅਤੇ ਜਿਹੜੀਆਂ 10 ਲਗ ਮਾਤਰਾਵਾਂ ਹਨ
ਉਹ 3 ਇਸ ਨੂੰ ਲੱਗਦੀਆਂ ਹਨ ਊੜੇ ਨੂੰ ਤੇ 4 ਐੜੇ ਨੂੰ ਤੇ 3 ਈੜੀ ਨੂੰ। ਜਿਹੜੀਆਂ ਇਹਨਾਂ ਨੂੰ ਇੱਕ ਦੂਜੇ ਨੂੰ ਲੱਗਦੀਆਂ ਹਨ ਉਹ ਆਪਸ ਵਿੱਚ ਇੱਕ ਦੂਜੇ ਨੂੰ ਨਹੀਂ ਲੱਗਦੀਆਂ। ਜਿਹੜੀਆਂ ਇੱਕ ਨੂੰ ਲੱਗਦੀਆਂ ਹਨ ਉਹ ਦੂਜੇ ਨੂੰ ਨਹੀਂ ਲੱਗਦੀਆਂ। ਜਿਵੇਂ ਊੜੇ ਨੂੰ ਔਂਕੜ ਦੀ ਮਾਤਰਾ ਲੱਗਦੀ ਹੈ, ਦੁਲੈਂਕੜ ਦੀ ਲੱਗਦੀ ਹੈ ਤੇ ਹੋੜੇ ਦੀ ਲੱਗਦੀ ਹੈ ਜਦੋਂ ਇਸ ਦਾ ਮੂੰਹ ਖੁੱਲ੍ਹਾ ਛੱਡ ਦਿੱਤਾ ਜਾਂਦਾ ਹੈ। ਐੜੇ ਨੂੰ ਮੁਕਤੇ ਦੀ, ਕੰਨੇ ਦੀ ਤੇ ਦੁਲਾਵਾਂ ਦੀ ਤੇ ਕਨੌੜੇ ਦੀ। ਤੇ ਈੜੀ ਨੂੰ ਸਿਆਰੀ ਦੀ, ਬਿਹਾਰੀ ਦੀ ਤੇ ਲਾਂ ਦੀ। ਹੁਣ ਸਾਡੇ ਕੋਲ ਇਹ ਇੱਕ ਚਾਰਟ ਹੈ, ਇਸ ਦੇ ਰਾਹੀਂ ਅਸੀਂ ਕਿੰਨੇ ਹੀ ਪ੍ਰਸ਼ਨ ਹੱਲ ਕਰ ਸਕਦੇ ਹਾਂ ਕਿ ਐੜੇ ਨੂੰ ਕਿਹੜੀ ਮਾਤਰਾ ਲੱਗਦੀ ਹੈ, ਈੜੀ ਨੂੰ ਕਿਹੜੀ ਲੱਗਦੀ ਹੈ। ਸਾਡੇ ਕੋਲ ਈੜੀ ਵਾਲਾ ਹੈ ਤਾਂ ਈੜੀ ਨੂੰ ਸਿਹਾਰੀ ਦੀ ਮਾਤਰਾ ਵੀ ਲੱਗਦੀ ਹੈ, ਬਿਹਾਰੀ ਦੀ ਵੀ ਲੱਗਦੀ ਹੈ, ਲਾਂ ਦੀ ਵੀ ਲੱਗਦੀ ਹੈ। ਤਾਂ ਪਹਿਲਾ ਵਿਕਲਪ ਸਾਡਾ ਇਹ ਸਹੀ ਹੋ ਜਾਊਗਾ। ਇਸ ਚਾਰਟ ਦੇ ਵਿੱਚੋਂ ਹੀ ਕਿੰਨੇ ਹੀ ਪ੍ਰਸ਼ਨ ਪੁੱਛੇ ਜਾ ਸਕਦੇ ਹਨ ਕਿ ਊੜੇ ਨੂੰ ਕਿਹੜੀਆਂ ਲਗਾਂ ਲੱਗਦੀਆਂ ਹਨ ਤੇ ਕਿਹੜੀਆਂ ਨਹੀਂ ਲੱਗਦੀਆਂ। ਜੇ ਆਹ ਲਗਾਂ ਲੱਗਦੀਆਂ ਹਨ ਤਾਂ ਉਹਦਾ ਮਤਲਬ ਇਹ ਹੈ ਕਿ ਆਹ ਜਿਹੜੀਆਂ 7 ਲਗਾਂ ਹਨ ਇਹ ਫਿਰ ਊੜੇ ਨੂੰ ਨਹੀਂ ਲੱਗਦੀਆਂ। ਜੇ ਐੜੇ ਨੂੰ ਪੁੱਛੀਆਂ ਜਾਣ ਤਾਂ ਫਿਰ ਆਹ 3 ਊੜੇ ਵਾਲੀਆਂ ਨਹੀਂ ਲੱਗਦੀਆਂ ਤੇ 3 ਈੜੀ ਵਾਲੀਆਂ ਨਹੀਂ ਲੱਗਦੀਆਂ। ਆਹ 4 ਹੀ ਲੱਗਣਗੀਆਂ, ਮੁਕਤਾ, ਕੰਨਾ ਤੇ ਦੁਲਾਵਾਂ ਤੇ ਕਨੌੜਾ। ਇਹ 4 ਮਾਤਰਾਵਾਂ ਇਸ ਨੂੰ ਲੱਗਣਗੀਆਂ। ਇਸ ਦੇ ਰਾਹੀਂ ਅਸੀਂ ਕਿੰਨੇ ਹੀ ਪ੍ਰਸ਼ਨ ਪੁੱਛ ਸਕਦੇ ਹਾਂ। ਅਗਲਾ ਪ੍ਰਸ਼ਨ ਹੈ ਸਾਡੇ ਕੋਲ ਦੁੱਤ ਅੱਖਰਾਂ ਨੂੰ ਸਾਡੇ ਕੋਲ ਖਾਲੀ ਥਾਂ ਵੀ ਕਿਹਾ ਜਾਂਦਾ ਹੈ। ਕੀ ਕਿਹਾ ਜਾਂਦਾ ਹੈ? ਸੰਯੁਕਤ ਅੱਖਰ ਕਿਹਾ ਜਾਂਦਾ ਹੈ, ਇਹ ਤੁਸੀਂ ਪੜ੍ਹਿਆ ਹੋਣਾ ਹੈ। ਨਾਲ ਨਾਲ ਉਹਨਾਂ ਨੂੰ ਜੁੜਵੇਂ ਅੱਖਰ ਵੀ ਕਿਹਾ ਜਾਂਦਾ ਹੈ। ਦੁੱਤ ਅੱਖਰ ਮੰਨੇ ਕਿਹੜੇ ਹੈ? ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਕਿਤਾਬ ਨੇ, ਜਿਹੜੇ ਪੈਰ ਦੇ ਵਿੱਚ ਪੈਂਦੇ ਹਨ, ਰਾਰਾ, ਹਾਹਾ ਅਤੇ ਵਾਵਾ। ਜਿਵੇਂ ਪੱਪੇ ਦੇ ਪੈਰ 'ਚ ਰਾਰਾ, ਇਸ ਤਰੀਕੇ ਨਾਲ ਪ੍ਰੇਮ। ਇਹਨਾਂ ਨੂੰ ਦੁੱਤ ਅੱਖਰ ਮੰਨਿਆ ਹੈ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ। ਜਦੋਂ ਕਿ ਪ੍ਰੇਮ ਪ੍ਰਕਾਸ਼ ਸਿੰਘ ਤੇ ਡਾਕਟਰ ਬੂਟਾ ਸਿੰਘ ਉਹ ਇਹਨਾਂ ਨੂੰ ਦੁੱਤ ਅੱਖਰ ਨਹੀਂ ਮੰਨਦੇ, ਉਹ ਇਹਨਾਂ ਨੂੰ ਸੰਯੁਕਤ ਅੱਖਰ ਹੀ ਕਹਿੰਦੇ ਹਨ। ਦੁੱਤ ਅੱਖਰ ਉਹ ਇਹਨਾਂ ਨੂੰ ਨਹੀਂ ਮੰਨਦੇ। ਪਰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਕਿਤਾਬ ਦੇ ਵਿੱਚ ਵਿਆਕਰਨ ਦੇ ਵਿੱਚ ਇਹਨਾਂ ਨੂੰ ਦੁੱਤ ਅੱਖਰ ਲਿਖਿਆ ਤੇ ਨਾਲ ਹੀ ਨਾਲ ਇਹ ਵੀ ਲਿਖਿਆ ਕਿ ਇਹਨਾਂ ਨੂੰ ਜੁੜਵੇਂ ਅੱਖਰ ਜਾਂ ਸੰਯੁਕਤ ਅੱਖਰ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਜੁੜ ਕੇ ਆਉਂਦੇ ਹਨ। ਜਿਵੇਂ ਪੜ੍ਹ, ਡਾੜੇ ਨਾਲ ਹਾਹਾ ਜੁੜ ਕੇ ਆਇਆ ਪੜ੍ਹ। ਇਸੇ ਤਰੀਕੇ ਨਾਲ ਅਸੀਂ ਲਿਖਦੇ ਹਾਂ ਸਵੈ, ਤਾਂ ਸੱਸੇ ਨਾਲ ਵਾਵਾ ਜੁੜ ਕੇ ਆਇਆ। ਜੁੜ ਕੇ ਜਾਂ ਸੰਯੁਕਤ ਹੋ ਕੇ ਆਉਂਦੇ ਹਨ ਤਾਂ ਦੁੱਤ ਅੱਖਰਾਂ ਨੂੰ ਜੁੜਵੇਂ ਅੱਖਰ, ਸੰਯੁਕਤ ਅੱਖਰ ਵੀ ਕਿਹਾ ਜਾਂਦਾ ਹੈ। ਅਗਲਾ ਪ੍ਰਸ਼ਨ ਹੈ ਸਾਡੇ ਕੋਲ, ਲੱਲਾ ਅਤੇ ਲੱਲੇ ਪੈਰ ਬਿੰਦੀ ਦਾ ਉਚਾਰਨ ਸਥਾਨ ਕਰਮਵਾਰ ਹੈ। ਅਸੀਂ ਦੇਖ ਲੈਂਦੇ ਹਾਂ ਇੱਕ ਸ਼ਬਦ ਦੇ ਰਾਹੀਂ। ਅਸੀਂ ਲਿਖਦੇ ਹਾਂ ਸ਼ਬਦ ਬੋਲੀ। ਜਦੋਂ ਅਸੀਂ ਬੋਲੀ ਬੋਲਦੇ ਹਾਂ ਤਾਂ ਸਾਡੀ ਜਿਹੜੀ ਜੀਭ ਹੈ ਉਹ ਦੰਦਾਂ ਨੂੰ ਸਪਰਸ਼ ਕਰਦੀ ਹੈ। ਲੱਲਾ ਬੋਲਣ ਵੇਲੇ ਬੋਲੀ ਬੋਲ ਕੇ ਦੇਖ ਸਕਦੇ ਹੋ ਤੁਸੀਂ। ਤੇ ਇਸੇ ਨੂੰ ਅਸੀਂ ਪੈਰ ਬਿੰਦੀ ਦੇ ਨਾਲ ਲਾ ਕੇ ਦੇਖਦੇ ਹਾਂ, ਬੋਲੀ। ਇਹਦਾ ਉਚਾਰਨ ਹੋ ਗਿਆ ਬੋਲੀ। ਇਸ ਵੇਲੇ ਸਾਡੀ ਜੀਭ ਜਦੋਂ ਅਸੀਂ ਬੋਲਦੇ ਹਾਂ ਬੋਲੀ ਤਾਂ ਉਦੋਂ ਜੀਭ ਦੰਦਾਂ ਨੂੰ ਸਪਰਸ਼ ਨਾ ਕਰਕੇ ਜੀਭ ਦਾ ਹੇਠਲਾ ਪਾਸਾ ਉਲਟਾ ਹੋ ਕੇ ਸਾਡੇ ਤਾਲਵੇ ਨੂੰ ਸਪਰਸ਼ ਕਰਦਾ ਹੈ ਤੇ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਮੂਰਧਨੀ। ਤਾਂ ਪਹਿਲਾ ਜਿਹੜਾ ਲੱਲਾ ਹੈ ਉਹ ਦੰਤੀ ਹੈ ਤੇ ਦੂਜਾ ਮੂਰਧਨੀ ਹੈ, ਜਿਹਨੂੰ ਅਸੀਂ ਉਲਟ ਜੀਭੀ ਵੀ ਕਹਿ ਲੈਂਦੇ ਹਾਂ। ਇੱਥੋਂ ਸਾਡੇ ਲਈ ਸਵਾਲ ਇਹ ਹੈ ਕਿ ਸਾਡੇ ਲਈ ਇਹੋ ਜਿਹੇ ਸਵਾਲ ਵੀ ਪੁੱਛੇ ਜਾ ਸਕਦੇ ਹਨ ਉਚਾਰਨ ਸਥਾਨ ਦੇ ਆਧਾਰ 'ਤੇ, ਪੂਰੀ ਵਰਨਮਾਲਾ ਦੇ ਆਧਾਰ 'ਤੇ। ਤਾਂ ਉਚਾਰਨ ਸਥਾਨ ਸਾਨੂੰ ਦਿੱਤੇ ਹੋਏ ਹਨ ਸਾਡੀ ਵਿਆਕਰਨ ਦੀ ਕਿਤਾਬ ਦੇ ਵਿੱਚ, ਉੱਥੋਂ ਅਸੀਂ ਸਾਰੇ ਵਰਨਾਂ ਦੇ ਉਚਾਰਨ ਸਥਾਨ ਦੇਖ ਸਕਦੇ ਹਾਂ। ਅਗਲਾ ਪ੍ਰਸ਼ਨ ਹੈ ਸਾਡੇ ਕੋਲ, ਸੁਮੇਲਤ ਨਹੀਂ ਹੈ। ਕਾਂਬਮਾ ਰਾਰਾ ਹੁੰਦਾ ਹੈ, ਸਹੀ ਹੈ। ਪਾਸੇਦਾਰ ਵਿਅੰਜਨ ਲੱਲਾ ਬਿਲਕੁਲ ਹੁੰਦਾ ਹੈ। ਫਟਕਮਾ ਡਾੜਾ ਹੁੰਦਾ ਹੈ। ਖਹਿਮਾ ਵਿਅੰਜਨ ਯਈਆ ਨਹੀਂ ਹੁੰਦਾ, ਯਈਆ ਤਾਂ ਹੁੰਦਾ ਹੈ ਅਰਧ ਸਵਰ। ਤੇ ਖਹਿਮੇ ਵਿਅੰਜਨ ਕਿਹੜੇ ਹੁੰਦੇ ਹਨ? ਸੱਸਾ, ਸੱਸੇ ਪੈਰ ਬਿੰਦੀ ਤੇ ਹਾਹਾ, ਇਹ ਹੁੰਦੇ ਹਨ ਖਹਿਮੇ ਵਿਅੰਜਨ। ਤਾਂ ਸਾਡਾ ਉੱਤਰ ਸੀ ਸੁਮੇਲਤ ਨਹੀਂ ਹੈ। ਤਾਂ ਜਿਹੜਾ ਸੱਸਾ ਵਿਕਲਪ ਹੈ ਇਹ ਸੁਮੇਲਤ ਨਹੀਂ ਹੈ, ਇਹ ਸਾਡਾ ਉੱਤਰ ਬਣਦਾ ਹੈ ਇਸ ਪ੍ਰਸ਼ਨ ਦਾ। ਅਗਲੇ ਪ੍ਰਸ਼ਨ ਵੱਲ ਵਧਦੇ ਹਾਂ। ਊੜੇ ਅੱਖਰ ਨਾਲ ਨਾਸਿਕਤਾ ਲਈ ਕਿਹੜੇ ਲਗਾ ਅੱਖਰ ਦੀ ਵਰਤੋਂ ਕੀਤੀ ਜਾਂਦੀ ਹੈ? ਨਾਸਿਕਤਾ ਲਈ ਸਾਡੇ ਕੋਲ 2 ਲਗਾ ਅੱਖਰ ਹਨ। ਕਿਹੜੇ ਕਿਹੜੇ? ਬਿੰਦੀ ਅਤੇ ਟਿੱਪੀ। ਇਹ ਨਾਸਿਕਤਾ ਲਈ ਵਰਤੇ ਜਾਂਦੇ ਹਨ। ਪਰ ਊੜਾ ਜਿਹੜਾ ਅੱਖਰ ਹੈ ਉਹਦੇ ਨਾਲ ਕਿਹੜੇ ਅੱਖਰ ਦੀ, ਕਿਹੜੇ ਲਗਾ ਅੱਖਰ ਦੀ ਵਰਤੋਂ ਹੁੰਦੀ ਹੈ ਨਾਸਿਕਤਾ ਦੇ ਲਈ? ਕਿਉਂਕਿ ਊੜੇ ਦੇ ਨਾਲ ਲਘੂ ਮਾਤਰਾ ਵੀ ਲੱਗਦੀ ਹੈ ਤੇ ਲਘੂ ਮਾਤਰਾਵਾਂ ਦੇ ਨਾਲ ਨਾਸਿਕਤਾ ਲਈ ਟਿੱਪੀ ਲੱਗਦੀ ਹੈ। ਪਰ ਜਦੋਂ ਊੜਾ
ਅੱਖਰ ਆਉਂਦਾ ਹੈ ਤਾਂ ਉਹਦੇ ਲਈ ਨਾਸਿਕਤਾ ਲਈ ਟਿੱਪੀ ਨਾ ਲੱਗ ਕੇ ਉਹਦੇ ਲਈ ਬਿੰਦੀ ਲੱਗਦੀ ਹੈ। ਤਾਂ ਸਾਡਾ ਜਿਹੜਾ ਪਹਿਲਾ ਵਿਕਲਪ ਹੈ ਇਹ ਸਹੀ ਹੈ। ਇਸ ਪ੍ਰਸ਼ਨ ਨੂੰ ਧਿਆਨ ਦੇ ਨਾਲ ਸਮਝਣ ਦੀ ਜ਼ਰੂਰਤ ਹੈ ਕਿ ਊੜੇ ਦੇ ਨਾਲ ਲਘੂ ਮਾਤਰਾ ਵੀ ਲੱਗਦੀਆਂ ਹਨ ਤੇ ਲਘੂ ਮਾਤਰਾਵਾਂ ਦੇ ਨਾਲ ਨਾਸਿਕਤਾ ਲਈ ਟਿੱਪੀ ਲੱਗਦੀ ਹੈ, ਪਰ ਊੜੇ ਅੱਖਰ ਦੇ ਨਾਲ ਲਘੂ ਮਾਤਰਾ ਲੱਗੀ ਹੋਵੇ ਚਾਹੇ ਦੀਰਘ ਲੱਗੀ ਹੋਵੇ ਉਹਦੇ ਨਾਲ ਨਾਸਿਕਤਾ ਲਈ ਬਿੰਦੀ ਦੀ ਹੀ ਵਰਤੋਂ ਹੁੰਦੀ ਹੈ। ਇਹ ਧਿਆਨ ਰੱਖਣ ਯੋਗ ਗੱਲ ਹੈ। ਧੁਨੀ ਦੀ ਵਿਸ਼ੇਸ਼ਤਾ ਨਹੀਂ ਹੈ। ਧੁਨੀ ਨਿਖੜਵੇਂ ਤੌਰ ਤੇ ਪਛਾਣੀ ਜਾ ਸਕਦੀ ਹੈ, ਬਿਲਕੁਲ ਪਛਾਣੀ ਜਾ ਸਕਦੀ ਹੈ। ਧੁਨੀ ਦੀ ਹੋਂਦ ਲਿਖਤੀ ਹੈ, ਧੁਨੀ ਦੀ ਹੋਂਦ ਲਿਖਤੀ ਨਹੀਂ ਹੈ। ਧੁਨੀ ਨੂੰ ਬੋਲਿਆ ਜਾਂਦਾ ਹੈ ਮੌਖਿਕ ਰੂਪ ਤੋਂ। ਤਾਂ ਇਹ ਸਾਡਾ ਉੱਤਰ ਹੋ ਗਿਆ, ਯਾਨੀ ਕਿ ਇਹ ਧੁਨੀ ਦੀ ਵਿਸ਼ੇਸ਼ਤਾ ਨਹੀਂ ਹੈ। ਹੋਰ ਦੇਖ ਲੈਂਦੇ ਹਾਂ ਅਸੀਂ, ਧੁਨੀ ਵਿੱਚ ਉਚਾਰਨੀ ਤੇ ਸ਼ਰਵਣੀ ਗੁਣ ਹੁੰਦੇ ਹਨ। ਧੁਨੀ ਵਿੱਚ ਉਚਾਰਨੀ ਤੇ ਸ਼ਰਵਣੀ ਗੁਣ ਬਿਲਕੁਲ ਹੁੰਦੇ ਹਨ। ਮੈਂ ਉਚਾਰ ਰਿਹਾ ਹਾਂ ਤੇ ਤੁਸੀਂ ਸੁਣ ਰਹੇ ਹੋ, ਇਹ ਧੁਨੀ ਦੇ ਦੋਨੇ ਗੁਣ ਅਸੀਂ ਪ੍ਰਤੱਖ ਰੂਪ ਤੇ ਦੇਖ ਰਹੇ ਹਾਂ। ਧੁਨੀ ਖਾਸ ਯਤਨ ਨਾਲ ਉਚਾਰੀ ਜਾਂਦੀ ਹੈ। ਧੁਨੀ ਹਰੇਕ ਭਾਸ਼ਾ ਦੇ ਵਿੱਚ ਵੱਖ-ਵੱਖ ਧੁਨੀਆਂ ਹੁੰਦੀਆਂ ਹਨ ਤੇ ਉਹਨਾਂ ਨੂੰ ਖਾਸ ਯਤਨਾਂ ਦੇ ਨਾਲ ਹੀ ਉਚਾਰਿਆ ਜਾਂਦਾ ਹੈ, ਯਾਨੀ ਕਿ ਇਹ ਵੀ ਇਸ ਦੀ ਵਿਸ਼ੇਸ਼ਤਾ ਹੈ, ਇਹ ਵੀ ਇਸ ਦੀ ਵਿਸ਼ੇਸ਼ਤਾ ਹੈ। ਤੇ ਧੁਨੀ ਦੀ ਹੋਂਦ ਲਿਖਤੀ ਹੈ, ਇਹ ਧੁਨੀ ਦੀ ਵਿਸ਼ੇਸ਼ਤਾ ਨਹੀਂ ਹੈ। ਇਹ ਸਾਡਾ ਉੱਤਰ ਹੋ ਗਿਆ ਇਸ ਦਾ। ਅਗਲੇ ਪ੍ਰਸ਼ਨ ਵੱਲ ਵਧਦੇ ਹਾਂ। ਸਵਰ ਧੁਨੀਆਂ ਦੇ ਉਚਾਰਨ ਸਮੇਂ ਹਵਾ ਅਰੋਕ ਗਤੀ ਨਾਲ ਨਿਕਲਦੀ ਹੈ। ਜਦੋਂ ਅਸੀਂ ਸਵਰਾਂ ਦਾ ਉਚਾਰਨ ਕਰਦੇ ਹਾਂ ਤਾਂ ਹਵਾ ਨੂੰ ਕਿਸੇ ਵੀ ਉਚਾਰਨ ਅੰਗ ਦੇ ਰਾਹੀਂ ਰੋਕ ਨਹੀਂ ਪਾਈ ਜਾਂਦੀ। ਸਵਰ ਧੁਨੀਆਂ ਸਵਾਧੀਨ ਤੇ ਵਿਅੰਜਨ ਧੁਨੀਆਂ ਪ੍ਰਾਧੀਨ ਹੁੰਦੀਆਂ ਹਨ। ਸਵਾਧੀਨ ਤੇ ਪ੍ਰਾਧੀਨ ਹੋਣ ਦਾ ਮਤਲਬ ਕੀ ਹੈ ਕਿ ਵਿਅੰਜਨ ਧੁਨੀਆਂ ਨੂੰ ਉਚਾਰਨ ਲਈ ਸਵਰ ਧੁਨੀਆਂ ਦਾ ਸਹਾਰਾ ਲੈਣਾ ਪੈਂਦਾ ਹੈ, ਜਦੋਂ ਕਿ ਸਵਰ ਧੁਨੀਆਂ ਇਕੱਲੀਆਂ ਹੀ ਉਚਾਰੀਆਂ ਜਾ ਸਕਦੀਆਂ ਹਨ। ਤਾਂ ਸਾਡੇ ਜਿਹੜੇ ਦੋਵੇਂ ਕਥਨ ਹੀ ਸਹੀ ਹਨ। ਸਵਰ ਧੁਨੀਆਂ ਦੇ ਉਚਾਰਨ ਸਮੇਂ ਹਵਾ ਰੋਕ ਗਤੀ ਨਾਲ ਨਿਕਲਦੀ ਹੈ, ਬਿਲਕੁਲ ਸਹੀ ਹੈ। ਸਵਰ ਧੁਨੀਆਂ ਸਵਾਧੀਨ ਹੁੰਦੀਆਂ ਹਨ ਕਿਉਂਕਿ ਇਕੱਲੀਆਂ ਉਚਾਰੀਆਂ ਜਾ ਸਕਦੀਆਂ ਹਨ, ਤੇ ਵਿਅੰਜਨ ਧੁਨੀਆਂ ਪ੍ਰਾਧੀਨ ਹੁੰਦੀਆਂ ਹਨ। ਕਿਉਂ ਪ੍ਰਾਧੀਨ ਹੁੰਦੀਆਂ ਹਨ? ਕਿਉਂਕਿ ਉਹਨਾਂ ਦੇ ਉਚਾਰਨ ਲਈ ਸਵਰਾਂ ਦੀ ਜ਼ਰੂਰਤ ਪੈਂਦੀ ਹੈ, ਸਹਾਇਤਾ ਦੀ ਲੋੜ ਹੁੰਦੀ ਹੈ। ਦੋਵੇਂ ਹੀ ਕਥਨ ਸਹੀ ਹਨ, ਊੜਾ ਅਤੇ ਐੜਾ। ਅਗਲੇ ਪ੍ਰਸ਼ਨ ਵੱਲ ਵਧਦੇ ਹਾਂ। ਸਵਰਾਂ ਦਾ ਉਚਾਰਨ ਲਮਕਾਇਆ ਜਾ ਸਕਦਾ ਹੈ, ਵਿਅੰਜਨਾਂ ਦਾ ਨਹੀਂ। ਬਿਲਕੁਲ ਸਹੀ ਗੱਲ ਹੈ। ਸਵਰ ਵੱਧ ਗੂੰਜਦਾਰ ਹੁੰਦੇ ਹਨ, ਵਿਅੰਜਨ ਘੱਟ। ਇਹ ਦੋਨੇ ਕਥਨ ਹੀ ਬਿਲਕੁਲ ਸਹੀ ਹਨ ਕਿ ਸਵਰ ਜਿਵੇਂ ਅਸੀਂ ਬੋਲਣਾ ਹੋਵੇ, ਜਿਵੇਂ ਅਸੀਂ ਓਮ ਸ਼ਬਦ ਬੋਲਦੇ ਹਾਂ ਤਾਂ ਉਹਦਾ ਉਚਾਰਨ ਹੈ ਜਿਹੜਾ ਉਹਨੂੰ ਕਿੰਨਾ ਵੀ ਲੰਮਾ ਕੀਤਾ ਜਾ ਸਕਦਾ ਹੈ, ਜਦੋਂ ਕਿ ਵਿਅੰਜਨਾਂ ਦਾ ਉਚਾਰਨ ਲਮਕਾਇਆ ਨਹੀਂ ਜਾ ਸਕਦਾ। ਇਹੀ ਹੀ ਗੱਲ ਦੂਜੇ ਕਥਨ ਦੇ ਵਿੱਚ ਕਹੀ ਗਈ ਹੈ। ਤਾਂ ਕਥਨ ਊੜਾ ਸਹੀ ਹੈ ਤੇ ਐੜਾ ਕਥਨ ਉਸ ਦੀ ਸਹੀ ਵਿਆਖਿਆ ਕਰਦਾ ਹੈ। ਇਹ ਦੋਵੇਂ ਹੀ ਕਥਨ ਸਹੀ ਹਨ। ਐੜੇ ਕਥਨ ਹੈ ਜਿਹੜਾ ਉਹ ਊੜੇ ਦੀ ਸਹੀ ਵਿਆਖਿਆ ਕਰਦਾ ਹੈ। ਅਗਲੇ ਪ੍ਰਸ਼ਨ ਵੱਲ ਵਧਦੇ ਹਾਂ। ਸਵਰ ਧੁਨੀਆਂ ਦੀ ਵੰਡ ਕੀਤੀ ਜਾਂਦੀ ਹੈ। ਮੂੰਹ ਦੇ ਖੁੱਲ੍ਹਣ ਦੇ ਆਧਾਰ 'ਤੇ ਵੀ ਕੀਤੀ ਜਾਂਦੀ ਹੈ, ਜੀਭ ਦੀ ਸਥਿਤੀ ਦੇ ਆਧਾਰ 'ਤੇ, ਹੋਠਾਂ ਦੀ ਸਥਿਤੀ ਦੇ ਆਧਾਰ 'ਤੇ। ਸਾਰੇ ਹੀ ਆਧਾਰ ਹੈ ਜਿਹੜੇ ਉਹ ਸਹੀ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਐਟਲਸ ਅਨੁਸਾਰ ਪੰਜਾਬੀ ਦੀਆਂ ਉਪਭਾਸ਼ਾਵਾਂ ਦੀ ਗਿਣਤੀ ਹੈ 28 ਮੰਨੀ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਉਹਨਾਂ ਦੀ ਐਟਲਸ ਤਿਆਰ ਕਰੀ ਹੋਈ ਹੈ, ਉਪਭਾਸ਼ਾਵਾਂ ਦੀ ਗਿਣਤੀ ਉਸ ਦੇ ਵਿੱਚ 28 ਦਿੱਤੀ ਹੋਈ ਹੈ। ਅਗਲੇ ਪ੍ਰਸ਼ਨ ਵੱਲ ਵਧਦੇ ਹਾਂ। ਦੁਲਾਵਾਂ ਲਗ ਦੀ ਵਰਤੋਂ ਹੁੰਦੀ ਹੈ। ਤਾਂ ਅਸੀਂ ਇੱਕ ਚਾਰਟ ਦੇ ਰਾਹੀਂ ਪਹਿਲਾਂ ਵੀ ਸਮਝ ਲਿਆ ਸੀ ਕਿ 3 ਸਾਡੇ ਕੋਲ ਸਵਰਵਾਹਕ ਹਨ ਤੇ ਉਹਨਾਂ ਦੇ ਨਾਲ ਵੱਖ-ਵੱਖ ਮਾਤਰਾਵਾਂ ਲੱਗਦੀਆਂ ਹਨ। ਜਿਹੜੀਆਂ ਇੱਕ ਨੂੰ ਲੱਗਦੀਆਂ ਹਨ ਉਹ ਦੂਜੇ ਨੂੰ ਨਹੀਂ ਲੱਗਦੀਆਂ। ਸਾਡੇ ਕੋਲ 3 ਸਵਰਵਾਹਕ ਹਨ। ਊੜੇ ਨੂੰ ਲੱਗਦੀ ਹੈ ਔਂਕੜ, ਦੁਲੈਂਕੜ ਤੇ ਹੋੜਾ, ਜਦੋਂ ਇਹਦਾ ਮੂੰਹ ਖੁੱਲ੍ਹਾ ਛੱਡ ਦਿੱਤਾ ਜਾਂਦਾ ਹੈ। 3 ਲਗਾਂ ਲੱਗਦੀਆਂ ਹਨ। ਐੜੇ ਨੂੰ ਮੁਕਤਾ, ਕੰਨਾ, ਦੁਲਾਵਾਂ ਅਤੇ ਕਨੌੜਾ, ਇਹ 4 ਮਾਤਰਾਵਾਂ ਐੜੇ ਨੂੰ ਲੱਗਦੀਆਂ ਹਨ। ਈੜੀ ਨੂੰ ਸਿਹਾਰੀ ਲੱਗਦੀ ਹੈ, ਬਿਹਾਰੀ ਲੱਗਦੀ ਹੈ ਤੇ ਲਾਂ ਲੱਗਦੀ ਹੈ। ਇਹ 3 ਮਾਤਰਾਵਾਂ ਲੱਗਦੀਆਂ ਹਨ। ਜਦੋਂ ਅਸੀਂ ਇਸ ਚਾਰਟ ਨੂੰ ਸਮਝ ਲਿਆ ਕਿ ਜਿਹੜੀਆਂ ਐਸ ਨੂੰ ਲੱਗਦੀਆਂ ਹਨ ਊੜੇ ਨੂੰ, ਉਹ ਐੜੇ ਨੂੰ ਤੇ ਈੜੀ ਨੂੰ ਨਹੀਂ ਲੱਗਦੀਆਂ। ਜਿਹੜੀਆਂ ਐਸ ਨੂੰ ਲੱਗਦੀਆਂ ਹਨ ਉਹ ਇਹਨਾਂ ਨੂੰ ਨਹੀਂ ਲੱਗਦੀਆਂ। ਯਾਨੀ ਕਿ ਜਿਹੜੀਆਂ ਇੱਕ ਨੂੰ ਲੱਗਦੀਆਂ ਹਨ ਲਗਾਂ ਮਾਤਰਾਵਾਂ, ਉਹ ਦੂਜੇ ਨੂੰ ਨਹੀਂ ਲੱਗਦੀਆਂ। ਇਸ ਚਾਰਟ ਨੂੰ ਸਮਝ ਕੇ ਸਾਡੇ ਤੋਂ ਕਿੰਨੇ ਵੀ ਪ੍ਰਸ਼ਨ ਪੁੱਛੇ ਜਾਣ, ਸਾਡਾ ਕੋਈ ਵੀ ਪ੍ਰਸ਼ਨ ਇਸ ਤੋਂ ਸੰਬੰਧਿਤ ਗਲਤ ਨਹੀਂ ਹੋਊਗਾ। ਤਾਂ ਸਾਡਾ ਪ੍ਰਸ਼ਨ ਹੈ ਦੁਲਾਵਾਂ ਲਗ ਦੀ ਵਰਤੋਂ ਹੁੰਦੀ ਹੈ। ਦੁਲਾਵਾਂ ਲਗ ਦੀ ਵਰਤੋਂ ਐੜੇ ਦੇ ਨਾਲ ਹੁੰਦੀ ਹੈ। ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਜਿਹੜੇ ਸਵਰਵਾਹਕ ਹਨ ਉਹਨਾਂ ਨਾਲ ਇਹ ਮਾਤਰਾਵਾਂ ਨਿਸ਼ਚਿਤ ਹਨ, ਜਦੋਂ ਕਿ ਵਿਅੰਜਨ ਕੋਈ ਵੀ ਹੋਵੇ ਉਸ ਦੇ ਨਾਲ ਕੋਈ ਵੀ ਲਗ ਮਾਤਰਾ ਲੱਗ ਸਕਦੀ ਹੈ। ਵਿਅੰਜਨਾਂ 'ਤੇ ਇਹ ਨਿਯਮ ਲਾਗੂ ਨਹੀਂ ਹੁੰਦਾ। ਇਹ ਸਿਰਫ ਜਿਹੜੇ 3 ਸਵਰਵਾਹਕ ਹਨ ਉਹਨਾਂ ਦੇ ਲਈ ਇਹ ਨਿਯਮ ਹੈ। ਸਵਰ ਧੁਨੀਆਂ ਬਾਰੇ ਗਲਤ ਤੱਥ ਦੀ ਚੋਣ ਕਰੋ।
ਸਵਰ ਧੁਨੀਆਂ ਮੌਖਿਕ ਹੁੰਦੀਆਂ ਹਨ ਕਿਉਂਕਿ ਇਹਨਾਂ ਦਾ ਮੌਖਿਕ ਉਚਾਰਨ ਕੀਤਾ ਜਾ ਸਕਦਾ ਹੈ। ਸਵਰਾਂ ਦਾ ਨਾਸਕੀ ਉਚਾਰਨ ਵੀ ਕੀਤਾ ਜਾ ਸਕਦਾ ਹੈ, ਬਿਲਕੁਲ ਕੀਤਾ ਜਾ ਸਕਦਾ ਹੈ। ਸਵਰ ਧੁਨੀਆਂ ਵਿਅੰਜਨ ਧੁਨੀਆਂ ਦੇ ਨਾਲ ਹੀ ਉਚਾਰੀਆਂ ਜਾਂਦੀਆਂ ਹਨ। ਇਹ ਤੱਥ ਹੈ ਜਿਹੜਾ ਗਲਤ ਹੈ, ਕਿਉਂਕਿ ਸਵਰ ਧੁਨੀਆਂ ਦਾ ਇਕੱਲਿਆਂ ਵੀ ਉਚਾਰਨ ਕੀਤਾ ਜਾ ਸਕਦਾ ਹੈ। ਇਹਨਾਂ ਦੇ ਉਚਾਰਨ ਲਈ ਵਿਅੰਜਨ ਧੁਨੀਆਂ ਦੀ ਸਹਾਇਤਾ ਦੀ ਜ਼ਰੂਰਤ ਨਹੀਂ ਹੁੰਦੀ, ਜਦੋਂ ਕਿ ਵਿਅੰਜਨ ਧੁਨੀਆਂ ਨੂੰ ਸਵਰ ਧੁਨੀਆਂ ਦੀ ਸਹਾਇਤਾ ਦੀ ਜ਼ਰੂਰਤ ਹੁੰਦੀ ਹੈ, ਇਹਨਾਂ ਨੂੰ ਜ਼ਰੂਰਤ ਨਹੀਂ ਹੁੰਦੀ। ਤਾਂ ਸਾਡਾ ਜਿਹੜਾ ਇਹ ਉੱਤਰ ਹੈ ਇਸ ਦਾ ਸਹੀ ਹੈ। ਅਗਲੇ ਪ੍ਰਸ਼ਨ ਵੱਲ ਵਧਦੇ ਹਾਂ। ਕਿਹੜੀ ਭਾਸ਼ਾ ਵਿੱਚ ਬੇਲੋੜੀ ਨਾਸਿਕਤਾ ਵਧੇਰੇ ਹੈ? ਤਾਂ ਜਿਹੜੀ ਮਲਵਈ ਉਪਭਾਸ਼ਾ ਹੈ ਉਸ ਦੇ ਵਿੱਚ ਬੇਲੋੜੀ ਨਾਸਿਕਤਾ ਵਧੇਰੇ ਹੈ। ਬੇਲੋੜੀ ਦਾ ਮਤਲਬ ਇਹ ਹੈ ਕਿ ਸ਼ਬਦ ਬਿਨਾਂ ਨਾਸਿਕਤਾ ਤੋਂ ਹੈਗੇ ਆ, ਪਰ ਮਲਵਈ ਬੋਲੀ ਨੂੰ ਉਪਬੋਲੀ ਨੂੰ ਬੋਲਣ ਵਾਲੇ ਲੋਕ ਉਸ ਦੇ ਵਿੱਚ ਨਾਸਿਕਤਾ ਲਿਆ ਦਿੰਦੇ ਹਨ। ਕਿਵੇਂ? ਜਿਵੇਂ ਕਿ ਤਾਸ਼ ਬੋਲਿਆ ਜਾਂਦਾ ਹੈ ਪਰ ਮਲਵਈ ਉਸ ਨੂੰ ਤਾਸ਼ ਬੋਲਦੇ ਹਨ। ਪੂਛ ਬੋਲਿਆ ਜਾਂਦਾ ਹੈ, ਮਲਵਈ ਉਸ ਨੂੰ ਪੂੰਛ ਬੋਲਦੇ ਹਨ। ਕੱਚ ਸ਼ਬਦ ਹੈ ਤੇ ਮਲਵਈ ਉਸ ਨੂੰ ਕੰਚ ਬੋਲਦੇ ਹਨ। ਤਾਂ ਇਹ ਬੇਲੋੜੀ ਨਾਸਿਕਤਾ ਹੈ, ਯਾਨੀ ਕਿ ਇਹਨਾਂ ਤੋਂ ਬਿਨਾਂ ਵੀ ਇਹ ਸ਼ਬਦ ਉਚਾਰੇ ਜਾ ਸਕਦੇ ਹਨ, ਜਦੋਂ ਕਿ ਮਲਵਈ ਉਪਭਾਸ਼ਾ ਦੇ ਬੁਲਾਰੇ ਇਹਨਾਂ ਨੂੰ ਨਾਸਿਕਤਾ ਦੇ ਨਾਲ ਹੀ ਬੋਲਦੇ ਹਨ। ਮਾਝੀ ਵਿੱਚ ਬਹੁਤੀਆਂ ਥਾਵਾਂ ਤੇ ਸੱਸਾ ਹਾਹੇ ਵਿੱਚ ਬਦਲ ਜਾਂਦਾ ਹੈ। ਜਿਵੇਂ ਅਸੀਂ ਕਹਿੰਦੇ ਹਾਂ ਪੈਸੇ, ਤੇ ਮਾਝੀ ਉਪਭਾਸ਼ਾ ਦੇ ਬੁਲਾਰੇ ਕਹਿੰਦੇ ਹਨ ਪੈਸੇ। ਤੇ ਮਲਵਈ ਵਿੱਚ ਵਿਚਕਾਰਲਾ ਅਤੇ ਅਖੀਰਲਾ ਵਾਵਾ ਮੱਮੇ ਵਿੱਚ ਬਦਲ ਜਾਂਦਾ ਹੈ। ਅਸੀਂ ਲਿਖਦੇ ਹਾਂ ਜਿਵੇਂ ਟਕਸਾਲੀ ਦੇ ਵਿੱਚ, ਤੇ ਮਾਲਵੇ ਵਾਲੇ ਉਸ ਨੂੰ ਜਿਵੇਂ ਵੀ ਕਹਿ ਦਿੰਦੇ ਹੈ। ਤਾਂ ਦੋਵੇਂ ਹੀ ਕਥਨ ਸਹੀ ਹਨ। ਇੱਥੇ ਮਾਝੀ ਦੇ ਵਿੱਚ ਜਿਹੜਾ ਸੱਸਾ ਹਾਹੇ 'ਚ ਬਦਲ ਜਾਂਦਾ ਹੈ, ਤੇ ਮਲਵਈ ਦੇ ਵਿੱਚ ਵਿਚਕਾਰਲਾ ਤੇ ਅਖੀਰਲਾ ਵਾਵਾ ਹੈ ਜਿਹੜਾ ਉਹ ਮੱਮੇ ਵਿੱਚ ਬਦਲ ਜਾਂਦਾ ਹੈ। ਦੋਵੇਂ ਕਥਨ ਸਹੀ ਹਨ। ਤਾਂ ਦੋਵੇਂ ਕਥਨ ਸਾਡੇ ਕੋਲ ਜਿਹੜਾ ਊੜਾ ਹੈ ਤੇ ਐੜਾ ਦੋਵੇਂ ਕਥਨ ਸਹੀ ਹਨ। ਅਗਲੇ ਪ੍ਰਸ਼ਨ ਵੱਲ ਵਧਦੇ ਹਾਂ। ਭਾਸ਼ਾ ਦੀ ਵਿਸ਼ੇਸ਼ਤਾ ਹੈ। ਭਾਸ਼ਾ ਇੱਕ ਸੰਚਾਰ ਪ੍ਰਣਾਲੀ ਹੈ। ਭਾਸ਼ਾ ਦੇ ਨਾਲ ਸੰਚਾਰ ਕੀਤਾ ਜਾਂਦਾ ਹੈ। ਜਿਵੇਂ ਮੈਂ ਬੋਲ ਰਿਹਾ ਤੁਹਾਡੇ ਨਾਲ ਸੰਚਾਰ ਕਰ ਰਿਹਾ, ਤੁਹਾਡੇ ਤੱਕ ਮੇਰੀ ਆਵਾਜ਼ ਪਹੁੰਚ ਰਹੀ ਹੈ। ਮੈਂ ਜੋ ਪ੍ਰਸ਼ਨ ਬੋਲ ਰਿਹਾ ਹਾਂ ਤੁਹਾਡੇ ਤੱਕ ਭਾਸ਼ਾ ਦੇ ਨਾਲ ਸੰਚਾਰ ਦੇ ਮਾਧਿਅਮ ਰਾਹੀਂ ਪਹੁੰਚ ਰਹੇ ਹਨ। ਭਾਸ਼ਾ ਆਪ ਹੁਦਰੀ ਹੈ, ਭਾਵ ਕਿਹੜੇ ਸ਼ਬਦ ਨੂੰ ਕਿਹੜੇ ਰੂਪ ਦੇ ਵਿੱਚ ਵਰਤਿਆ ਜਾਣਾ ਸ਼ੁਰੂ ਹੋ ਗਿਆ। ਕੁਰਸੀ ਨੂੰ ਕੁਰਸੀ ਕਿਉਂ ਕਿਹਾ ਜਾਂਦਾ ਹੈ? ਇਹਦਾ ਰਿਸ਼ਤਾ ਆਪ ਹੁਦਰਾ ਹੈ, ਇਸ ਦੇ ਪਿੱਛੇ ਕੋਈ ਤਰਕ ਨਹੀਂ ਹੈ। ਆਪਾਂ ਕਹੀਏ ਵੀ ਕੁਰਸੀ ਨੂੰ ਮੇਜ਼ ਕਿਉਂ ਨਹੀਂ ਕਿਹਾ ਜਾਂਦਾ, ਤਾਂ ਉਹ ਪਰੰਪਰਾ ਦੇ ਅਨੁਸਾਰ ਜਿਹੜੇ ਸ਼ਬਦ ਨੂੰ ਜਿਵੇਂ ਬੋਲਣਾ ਸ਼ੁਰੂ ਕਰ ਦਿੱਤਾ ਉਵੇਂ ਹੀ ਉਸ ਦਾ ਵਰਤੋਂ ਵਿਹਾਰ ਹੋਣ ਲੱਗ ਪਿਆ। ਇਸ ਦੇ ਵਿੱਚ ਕੋਈ ਨਿਸ਼ਚਿਤ ਤਰਕ ਨਹੀਂ ਹੈ ਕਿ ਇਹਨੂੰ ਇਸ ਕਾਰਨ ਤੋਂ ਹੀ ਮੇਜ਼ ਕਿਹਾ ਜਾਂਦਾ ਹੈ, ਇਸ ਕਾਰਨ ਤੋਂ ਹੀ ਕੁਰਸੀ ਕਿਹਾ ਜਾਂਦਾ ਹੈ। ਭਾਸ਼ਾ ਆਪ ਹੁਦਰੀ ਹੈ, ਸੰਚਾਰ ਪ੍ਰਣਾਲੀ ਹੈ, ਸਹੀ ਹਨ ਤੱਥ। ਭਾਸ਼ਾ ਗੈਰ ਜਮਾਂਦਰੂ ਹੈ। ਗੈਰ ਜਮਾਂਦਰੂ ਦਾ ਭਾਵ ਹੈ ਕਿ ਭਾਸ਼ਾ ਨੂੰ ਸਿੱਖਿਆ ਜਾਂਦਾ ਹੈ, ਜਨਮਜਾਤ ਇਹ ਸਿੱਖੀ ਹੋਈ ਨਹੀਂ ਹੁੰਦੀ। ਜਿਵੇਂ ਮੋਗਲੀ ਵਾਲੀ ਕਥਾ ਤੁਸੀਂ ਜਾਣਦੇ ਹੋ ਕਿ ਮੋਗਲੀ ਜਿਹੜਾ ਬੱਚਾ ਸੀ ਉਸ ਨੂੰ ਜੰਗਲ ਦੇ ਵਿੱਚ ਛੱਡ ਦਿੱਤਾ ਗਿਆ ਸੀਗਾ ਤੇ ਉਹ ਭਾਸ਼ਾ ਨਹੀਂ ਸਿੱਖ ਪਾਇਆ ਸੀ। ਜੇ ਭਾਸ਼ਾ ਗੈਰ ਜਮਾਂਦਰੂ ਹੁੰਦੀ ਤਾਂ ਉਹ ਉੱਥੇ ਜੰਗਲ ਦੇ ਵਿੱਚ ਸਿੱਖ ਲੈਂਦਾ, ਪਰ ਭਾਸ਼ਾ ਨੂੰ ਸਿੱਖਣਾ ਪੈਂਦਾ ਹੈ, ਜਨਮਜਾਤ ਇਹ ਪ੍ਰਾਪਤੀ ਨਹੀਂ ਹੁੰਦੀ। ਤਾਂ ਭਾਸ਼ਾ ਗੈਰ ਜਮਾਂਦਰੂ ਹੈ ਤੇ ਸਾਰੀਆਂ ਹੀ ਵਿਸ਼ੇਸ਼ਤਾਵਾਂ ਇਸ ਦੀਆਂ ਸਹੀ ਹਨ। ਭਾਸ਼ਿਕ ਸੰਰਚਨਾ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਹੈ? ਭਾਸ਼ਿਕ ਸੰਰਚਨਾ ਦੀ ਸਭ ਤੋਂ ਛੋਟੀ ਇਕਾਈ ਲਿਖਤੀ ਤੌਰ 'ਤੇ ਤਾਂ ਵਰਨ ਹੈ, ਪਰ ਕਿਉਂਕਿ ਭਾਸ਼ਾ ਦਾ ਪਹਿਲਾ ਰੂਪ ਮੌਖਿਕ ਹੈ ਤਾਂ ਮੌਖਿਕ ਹੋਣ ਦੇ ਕਾਰਨ ਧੁਨੀ ਹੈ ਜਿਹੜੀ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਹੈ। ਅਗਲੇ ਪ੍ਰਸ਼ਨ ਵੱਲ ਵਧਦੇ ਹਾਂ। ਭਾਸ਼ਾ ਦੀ ਪੜ੍ਹਾਈ ਵਿੱਚ ਵਿਆਕਰਨ ਦੀ ਪੜ੍ਹਾਈ ਵੀ ਸ਼ਾਮਲ ਹੁੰਦੀ ਹੈ। ਤਾਂ ਤੁਸੀਂ ਦੇਖਿਆ ਹੋਣਾ ਹੈ ਕਿ ਜਦੋਂ ਤੁਸੀਂ ਕੋਈ ਵੀ ਲੈਂਗੁਏਜ ਪੜ੍ਹਦੇ ਹੋ, ਜਿਵੇਂ 10ਵੀਂ ਤੱਕ ਤੁਸੀਂ ਕੋਈ ਭਾਸ਼ਾ ਪੜ੍ਹੀ ਸੀ ਤਾਂ ਉਸ ਦੇ ਵਿੱਚ ਭਾਸ਼ਾ ਦੇ ਵਿੱਚ ਵਿਆਕਰਨ ਦੀ ਪੜ੍ਹਾਈ ਸ਼ਾਮਲ ਰਹਿੰਦੀ ਹੈ। ਤਾਂ ਇਹ ਕਥਨ ਉਸ ਹਿਸਾਬ ਦੇ ਨਾਲ ਸਹੀ ਹੋ ਗਿਆ। ਵਿਆਕਰਨ ਦਾ ਸੰਬੰਧ ਕੇਵਲ ਲਿਖਤੀ ਭਾਸ਼ਾ ਨਾਲ ਹੁੰਦਾ ਹੈ। ਵਿਆਕਰਨ ਦਾ ਸੰਬੰਧ ਲਿਖਤੀ ਭਾਸ਼ਾ ਦੇ ਨਾਲ ਨਹੀਂ ਹੁੰਦਾ, ਕਿਉਂਕਿ ਜੇ ਕੋਈ ਅਨਪੜ੍ਹ ਹੈ ਤਾਂ ਉਹ ਵੀ ਵਿਆਕਰਨ ਦੇ ਨਿਯਮਾਂ ਨੂੰ ਲਾ ਕੇ ਹੀ ਬੋਲਦਾ ਹੈ। ਜਿਵੇਂ ਮੰਨ ਕੇ ਚੱਲੋ ਕਿ ਤੁਹਾਡਾ ਕੋਈ ਮਿੱਤਰ ਆਵੇ ਘਰੇ ਤੁਹਾਡੇ, ਤਾਂ ਤੁਸੀਂ ਘਰੇ ਨਾ ਹੋ ਤੇ ਤੁਹਾਡੇ ਘਰ ਦੇ ਆ ਜਿਹੜੇ ਅਨਪੜ੍ਹ ਹੈ, ਇਹ ਆਪਾਂ ਮੰਨ ਕੇ ਚੱਲ ਰਹੇ ਹਾਂ ਗੱਲ, ਤਾਂ ਉਹ ਫਿਰ ਵੀ ਐਵੇਂ ਕਹਿਣਗੇ। ਜਦੋਂ ਆਪਾਂ ਘਰੇ ਜਾਵਾਂਗੇ ਆਪਾਂ ਨੂੰ ਇਹ ਗੱਲ ਕਹਿਣਗੇ ਕਿ ਤੁਹਾਡਾ ਮਿੱਤਰ ਆਇਆ ਸੀ, ਯਾਨੀ ਕਿ ਭੂਤਕਾਲ ਦੀ ਕਿਰਿਆ ਲਾ ਕੇ ਸੀ ਲਾ ਕੇ ਦੱਸਣਗੇ ਸਾਨੂੰ। ਉਹ ਐਵੇਂ ਨਹੀਂ ਦੱਸਣਗੇ ਕਿ ਤੁਹਾਡਾ ਮਿੱਤਰ ਆਏਗਾ। ਭਾਸ਼ਾ ਦਾ ਸੰਬੰਧ ਲਿਖਤੀ ਭਾਸ਼ਾ ਨਾਲ ਹੀ ਨਹੀਂ, ਮੌਖਿਕ ਭਾਸ਼ਾ ਨਾਲ ਵੀ ਹੁੰਦਾ ਹੈ। ਯਾਨੀ ਕਿ ਉਹ ਅਨਪੜ੍ਹ ਹੁੰਦੇ ਹੋਏ ਵੀ, ਮੌਖਿਕ ਭਾਸ਼ਾ ਦੀ ਵਰਤੋਂ ਕਰਦੇ ਹੋਏ ਵੀ ਵਿਆਕਰਨ ਦਾ ਸੰਬੰਧ ਜੋੜ ਕੇ ਚੱਲਣਗੇ, ਉਹਨਾਂ ਦੀ ਗੱਲ ਕਰਨਗੇ। ਤਾਂ
ਵਿਆਕਰਨ ਦਾ ਸੰਬੰਧ ਕੇਵਲ ਲਿਖਤੀ ਭਾਸ਼ਾ ਨਾਲ ਨਹੀਂ ਹੁੰਦਾ, ਮੌਖਿਕ ਭਾਸ਼ਾ ਨਾਲ ਵੀ ਹੁੰਦਾ ਹੈ। ਤਾਂ ਇਹ ਕਥਨ ਹੈ ਜਿਹੜਾ ਗਲਤ ਹੋ ਗਿਆ। ਊੜਾ ਕਥਨ ਸਹੀ ਹੈ ਤੇ ਐੜਾ ਜਿਹੜਾ ਕਥਨ ਹੈ ਉਹ ਗਲਤ ਹੈ। ਅੱਗੇ ਵਧਦੇ ਹਾਂ। ਦੁਆਬੀ ਭਾਸ਼ਾ ਦਾ ਖੇਤਰ ਹੈ ਤਾਂ ਪਹਿਲਾਂ ਸਭ ਤੋਂ ਉੱਤੇ ਰਾਵੀ ਦਰਿਆ, ਤੇ ਫਿਰ ਹੈ ਬਿਆਸ, ਤੇ ਫਿਰ ਹੈ ਸਤਲੁਜ। ਬਿਆਸ ਤੇ ਸਤਲੁਜ ਦੇ ਵਿਚਕਾਰਲਾ ਜਿਹੜਾ ਖੇਤਰ ਹੈ ਉੱਥੇ ਬੋਲੀ ਜਾਂਦੀ ਹੈ ਦੁਆਬੀ ਭਾਸ਼ਾ, ਤੇ ਸਤਲੁਜ ਤੇ ਬਿਆਸ ਦੇ ਜਿਹੜਾ ਵਿਚਕਾਰ ਖੇਤਰ ਹੈ ਉਸ ਨੂੰ ਅਸੀਂ ਕਹਿੰਦੇ ਹਾਂ ਦੁਆਬਾ, ਤੇ ਉੱਥੋਂ ਦੀ ਜਿਹੜੀ ਭਾਸ਼ਾ ਹੈ ਉਹ ਹੈ ਦੁਆਬੀ। ਇਹ ਜਿਹੜਾ ਪੂਰਾ ਪਾਠ ਹੈ ਉਹ 10ਵੀਂ ਜਮਾਤ ਦੇ ਵਿੱਚ ਭਾਸ਼ਾ ਉਪਭਾਸ਼ਾ ਖੇਤਰ ਉਹਨਾਂ ਦੇ ਵਿੱਚ ਕਰਾਇਆ ਹੋਇਆ ਹੈ। ਉੱਥੇ ਤੁਸੀਂ ਨਕਸ਼ੇ ਤੇ ਬਿਲਕੁਲ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਨੂੰ ਦੇਖ ਸਕਦੇ ਹੋ, ਕਿਹੜੇ ਜ਼ਿਲ੍ਹੇ ਦੇ ਵਿੱਚ ਕਿਹੜੀ ਭਾਸ਼ਾ ਉਪਭਾਸ਼ਾ ਬੋਲੀ ਜਾਂਦੀ ਹੈ, ਉਹ ਨਕਸ਼ੇ ਦੇ ਰਾਹੀਂ ਕਰਵਾਇਆ ਗਿਆ ਹੈ। ਪੰਜਾਬੀ ਭਾਸ਼ਾ ਬਾਰੇ ਗਲਤ ਤੱਥ ਛਾਂਟੋ। ਪੰਜਾਬੀ ਸ਼ਬਦਾਵਲੀ ਤਤਸਮ ਪ੍ਰਧਾਨ ਹੈ। ਤਤਸਮ ਪ੍ਰਧਾਨ ਨਹੀਂ ਹੈ, ਕਿਉਂਕਿ ਤਦਭਵ ਹੈ ਸ਼ਬਦਾਵਲੀ ਹੈ ਜਿਹੜੀ। ਤਤਸਮ ਤੇ ਤਦਭਵ ਸ਼ਬਦਾਵਲੀ ਕੀ ਹੁੰਦੀ ਹੈ? ਜੇ ਤਾਂ ਕਿਸੇ ਭਾਸ਼ਾ ਦੇ ਸ਼ਬਦ ਉਸੇ ਰੂਪ ਦੇ ਵਿੱਚ ਗ੍ਰਹਿਣ ਕਰ ਲਏ ਜਾਣ, ਤਤਸਮ ਉਸੇ ਰੂਪ ਦੇ ਵਿੱਚ, ਤਤਸਮ ਬਰਾਬਰ ਰੂਪ ਦੇ ਵਿੱਚ, ਫਿਰ ਤਾਂ ਉਹ ਤਤਸਮ ਪ੍ਰਧਾਨ ਹੈ। ਜੇ ਕਿਸੇ ਹੋਰ ਭਾਸ਼ਾ ਤੋਂ ਸ਼ਬਦ ਲੈ ਕੇ ਉਹਨਾਂ ਨੂੰ ਆਪਣੇ ਉਚਾਰਨ ਦੇ ਅਨੁਸਾਰ, ਲਹਿਜੇ ਦੇ ਅਨੁਸਾਰ ਬਦਲ ਲਿਆ ਜਾਵੇ ਤਾਂ ਉਸ ਨੂੰ ਅਸੀਂ ਕਹਿੰਦੇ ਹਾਂ ਤਦਭਵ ਪ੍ਰਧਾਨ ਸ਼ਬਦਾਵਲੀ। ਪੰਜਾਬੀ ਦੇ ਵਿੱਚ ਅੰਗਰੇਜ਼ੀ ਦੇ ਸ਼ਬਦ ਵੀ ਹਨ, ਜਿਵੇਂ ਲੌਰਡ ਸ਼ਬਦ ਸੀਗਾ ਅੰਗਰੇਜ਼ੀ ਦਾ, ਪੰਜਾਬੀ ਵਾਲਿਆਂ ਨੇ ਉਸ ਨੂੰ ਲਾਟ ਬਣਾ ਲਿਆ। ਪੰਜਾਬੀ ਦੇ ਵਿੱਚ ਜਿਹੜੇ ਹੌਸਪੀਟਲ ਸ਼ਬਦ ਸੀਗਾ ਅੰਗਰੇਜ਼ੀ ਦਾ, ਉਸ ਨੂੰ ਹਸਪਤਾਲ ਬਣਾ ਲਿਆ। ਜਿਹੜਾ ਟੋਵਲ ਸੀ ਉਸ ਨੂੰ ਤੌਲੀਆ ਬਣਾ ਲਿਆ। ਤਾਂ ਇਸ ਤਰੀਕੇ ਦੇ ਨਾਲ ਬਹੁਤ ਸਾਰੇ ਸ਼ਬਦਾਂ ਨੂੰ ਆਪਣੇ ਲਹਿਜੇ ਦੇ ਅਨੁਸਾਰ ਢਾਲ ਲਿਆ ਗਿਆ ਹੈ। ਕਰਨਲ ਜਰਨਲ ਨੂੰ ਕਰਨੈਲ ਤੇ ਜਰਨੈਲ ਬਣਾ ਲਿਆ ਗਿਆ ਹੈ। ਆਪਣੇ ਉਚਾਰਨ ਆਪਣੇ ਲਹਿਜੇ ਦੇ ਅਨੁਸਾਰ ਢਾਲ ਕੇ ਬਣਾਏ ਹਨ ਸ਼ਬਦ। ਤਾਂ ਪੰਜਾਬੀ ਦੀ ਜਿਹੜੀ ਸ਼ਬਦਾਵਲੀ ਹੈ ਉਹ ਤਦਭਵ ਪ੍ਰਧਾਨ ਹੈ। ਤਾਂ ਸਾਨੂੰ ਉੱਤਰ ਤਾਂ ਇੱਥੋਂ ਹੀ ਮਿਲ ਗਿਆ, ਤਤਸਮ ਪ੍ਰਧਾਨ ਨਹੀਂ ਹੈ, ਸਾਡਾ ਇਹ ਉੱਤਰ ਹੈ। ਪੰਜਾਬੀ ਦੀ ਜਿਹੜੀ ਸ਼ਬਦਾਵਲੀ ਆ ਉਹ ਪਿਛੇਤਰਾਤਮਕ ਭਾਸ਼ਾ ਹੈ। ਪਿਛੇਤਰ ਜ਼ਿਆਦਾ ਜੁੜੇ ਗਏ ਹਨ, ਅਗੇਤਰ ਘੱਟ ਹਨ। ਦੁੱਤੀਕਰਨ ਦੀ ਭਰਮਾਰ ਹੈ। ਦੁੱਤੀਕਰਨ ਦੀ ਭਰਮਾਰ ਤੋਂ ਮਤਲਬ ਹੈ ਅੱਖਰਾਂ ਨੂੰ ਡਬਲ ਕਰਕੇ ਬੋਲਣਾ, ਯਾਨੀ ਕਿ ਅਧਿਕ ਦੀ ਵਰਤੋਂ ਜ਼ਿਆਦਾ ਹੈ। ਤੇ ਪੰਜਾਬੀ ਸੁਰਾਤਮਕ ਭਾਸ਼ਾ ਹੈ, ਸੁਰ ਦੀ ਵਰਤੋਂ ਪੰਜਾਬੀ ਭਾਸ਼ਾ ਦੇ ਵਿੱਚ ਹੁੰਦੀ ਹੈ। ਇਹ ਵਿਸ਼ੇਸ਼ਤਾਵਾਂ ਹਨ ਪੰਜਾਬੀ ਦੀਆਂ। ਤੇ ਸ਼ਬਦਾਵਲੀ ਹੈ ਜਿਹੜੀ ਉਹ ਤਦਭਵ ਪ੍ਰਧਾਨ ਹੈ। ਤਾਂ ਗਲਤ ਤੱਤ ਅਸੀਂ ਛਾਂਟਣਾ ਸੀ, ਗਲਤ ਤੱਤ ਸਾਡੇ ਕੋਲ ਇਹ ਪ੍ਰਾਪਤ ਹੋ ਗਿਆ ਹੈ। ਸ਼ਬਦਾਵਲੀ ਤਤਸਮ ਪ੍ਰਧਾਨ ਹੈ, ਇਹ ਪੰਜਾਬੀ ਭਾਸ਼ਾ ਦੇ ਬਾਰੇ ਗਲਤ ਤੱਤ ਹੈ। ਗੁਰਮੁਖੀ ਵਰਨਮਾਲਾ ਵਿੱਚ ਵਰਤਮਾਨ ਵਿੱਚ 38 ਵਿਅੰਜਨ ਹਨ। ਵਰਨਮਾਲਾ ਦੇ ਬਾਰੇ ਅਸੀਂ ਬਹੁਤ ਸਾਰੇ ਸਵਾਲ ਕਰ ਸਕਦੇ ਹਾਂ। ਸਾਡੇ ਕੋਲ 3 ਸਵਰ ਹਨ ਸ਼ੁਰੂ ਦੇ ਵਿੱਚ, ਊੜਾ, ਐੜਾ, ਈੜੀ। ਇਹਨਾਂ ਨੂੰ ਛੱਡ ਕੇ ਬਾਕੀ ਜਿਹੜੇ ਬਚ ਜਾਂਦੇ ਹਨ ਉਹ ਸਾਰੇ ਦੇ ਸਾਰੇ ਵਿਅੰਜਨ ਹਨ। ਤਾਂ 41 ਵਰਨ ਹਨ ਸਾਡੇ ਕੋਲ ਕੁੱਲ। 41 ਦੇ ਵਿੱਚੋਂ 3 ਇਹ ਕੱਢ ਦਈਏ ਤਾਂ ਸਾਡੇ ਕੋਲ ਵਿਅੰਜਨ ਬਚਦੇ ਹਨ 38। ਤਾਂ ਇਹ ਵਾਲਾ ਕਥਨ ਤਾਂ ਹੋ ਗਿਆ ਸਹੀ। ਗੁਰਮੁਖੀ ਵਰਨਮਾਲਾ ਦੇ 39 ਵਰਨਾਂ ਦੀ ਹੀ ਸੁਤੰਤਰ ਵਰਤੋਂ ਹੋ ਸਕਦੀ ਹੈ। ਸੁਤੰਤਰ ਵਰਤੋਂ ਤੋਂ ਭਾਵ ਹੈ ਕਿ ਉਹਨਾਂ ਨੂੰ ਕਿਸੇ ਹੋਰ ਲਗ ਮਾਤਰਾ ਦੀ ਜ਼ਰੂਰਤ ਨਹੀਂ ਪੈਂਦੀ। ਤਾਂ ਸਾਡੇ ਕੋਲ 2 ਵਰਨ ਇਹੋ ਜਿਹੇ ਹਨ, ਊੜਾ ਅਤੇ ਈੜੀ। ਇਹਨਾਂ ਨੂੰ ਕਿਸੇ ਲਗ ਲਾ ਕੇ ਹੀ ਵਰਤਿਆ ਜਾ ਸਕਦਾ ਹੈ, ਨਹੀਂ ਤਾਂ ਇਹਨਾਂ ਦੀ ਇਕੱਲਿਆਂ ਵਰਤੋਂ ਸੰਭਵ ਨਹੀਂ ਹੈ। ਇਹ 2 ਵਰਨ ਹਨ ਸਾਡੇ ਕੋਲ ਜਿਨ੍ਹਾਂ ਦੀ ਸੁਤੰਤਰ ਵਰਤੋਂ ਨਹੀਂ ਹੋ ਸਕਦੀ, ਕਿਸੇ ਹੋਰ ਲਗ ਮਾਤਰਾ ਦੀ ਜ਼ਰੂਰਤ ਪੈਂਦੀ ਹੈ। ਤਾਂ ਸਾਡੇ ਕੋਲ ਕੁੱਲ 41 ਵਰਨ ਹਨ। 41 ਚੋਂ 2 ਦੀ ਨਹੀਂ ਹੁੰਦੀ ਤਾਂ 39 ਵਰਨ ਬਚੇ। ਗੁਰਮੁਖੀ ਵਰਨਮਾਲਾ ਦੇ 39 ਵਰਨਾਂ ਦੀ ਹੀ ਸੁਤੰਤਰ ਵਰਤੋਂ ਹੋ ਸਕਦੀ ਹੈ, ਭਾਵ ਕਿ ਸਾਡੇ ਦੋਵੇਂ ਕਥਨ ਹੀ ਸਹੀ ਹਨ। ਭਾਸ਼ਾ ਦੇ ਅਧਿਐਨ ਲਈ ਵਿਆਕਰਨ ਦੇ ਕਿੰਨੇ ਅੰਗ ਮੰਨੇ ਗਏ ਹਨ? ਭਾਸ਼ਾ ਦੇ ਅਧਿਐਨ ਲਈ ਵਿਆਕਰਨ ਦੇ 4 ਅੰਗ ਮੰਨੇ ਗਏ ਹਨ। ਪਹਿਲਾ ਧੁਨੀ ਹੈ, ਦੂਜਾ ਸ਼ਬਦ ਹੈ, ਤੇ ਤੀਜਾ ਵਾਕ ਹੈ, ਤੇ ਚੌਥਾ ਸਾਡੇ ਕੋਲ ਅਰਥ-ਬੋਧ ਹੈ। ਇਹ 4 ਅੰਗਾਂ ਦੇ ਰਾਹੀਂ ਭਾਸ਼ਾ ਦੀ ਵਿਆਕਰਨ ਦੀ ਪੜ੍ਹਾਈ ਕੀਤੀ ਜਾਂਦੀ ਹੈ। ਅਗਲੇ ਪ੍ਰਸ਼ਨ ਨੂੰ ਦੇਖਦੇ ਹਾਂ। ਸਾਰੇ ਸਵਰ ਮੌਖਿਕ ਹਨ ਤੇ 10 ਸਵਰ ਲਿਖਣ ਦਾ ਆਧਾਰ 3 ਸਵਰ ਵਾਹਕ ਹਨ। ਜਿਹੜੇ ਸ਼ੁਰੂ ਦੇ ਵਿੱਚ ਸਾਡੇ ਕੋਲ 3 ਵਰਨ ਹਨ, ਊੜਾ, ਐੜਾ ਅਤੇ ਈੜੀ, ਇਹ ਸਵਰ ਵਾਹਕ ਹਨ। ਇਹ ਪੰਜਾਬੀ ਵਰਨਮਾਲਾ ਦਾ ਇੱਕ ਖਾਸ ਗੁਣ ਹੈ ਕਿ ਇਹਦੇ ਵਿੱਚ ਸਵਰ ਸ਼ਾਮਿਲ ਨਹੀਂ ਹਨ, ਇਹਦੇ ਵਿੱਚ ਸਵਰ ਵਾਹਕ ਹਨ। ਇਹਨਾਂ ਤੋਂ ਅੱਗੇ ਚੱਲ ਕੇ ਸਵਰ ਬਣਦੇ ਹਨ। ਤਾਂ ਸਾਰੇ ਸਵਰ ਮੌਖਿਕ ਹਨ, ਇਹ ਤਾਂ ਸਹੀ ਹੈ। ਤੇ 10 ਸਵਰ ਲਿਖਣ ਦਾ ਆਧਾਰ 3 ਸਵਰ ਵਾਹਕ ਹਨ।
ਇਹ 3 ਸਵਰ ਵਾਹਕਾਂ ਤੋਂ ਅੱਗੇ 10 ਸਵਰ ਲਿਖੇ ਜਾਂਦੇ ਹਨ, ਯਾਨੀ ਕਿ ਦੋਵੇਂ ਹੀ ਕਥਨ ਸਾਡੇ ਸਹੀ ਹਨ। ਸੁਮੇਲਤ ਨਹੀਂ ਹੈ। ਗੁਲਾਈਦਾਰ ਸਵਰ, ਇਹ ਚਾਰੇ ਜਿਹੜੇ ਦਿੱਤੇ ਹੋਏ ਹਨ, ਇਹ ਚਾਰਾਂ ਨੂੰ ਜਦੋਂ ਅਸੀਂ ਉਚਾਰਨ ਕਰਦੇ ਹਾਂ ਤਾਂ ਸਾਡਾ ਜਿਹੜੇ ਮੂੰਹ ਦੀ ਸਥਿਤੀ ਆ ਉਹ ਗੁਲਾਈਦਾਰ ਬਣ ਜਾਂਦੀ ਹੈ। ਹੋਠਾਂ ਦੀ ਸਥਿਤੀ, ਸਾਡੇ ਬੁੱਲ੍ਹਾਂ ਦੀ ਸਥਿਤੀ, ਉੱਚੇ ਸਵਰ ਇਹ ਵੀ ਸਹੀ ਹਨ ਤੇ ਪਿਛਲੇ ਸਵਰ ਜਿਹੜੇ ਹੈ ਇਹ ਗਲਤ ਹੈ। ਪਿਛਲੇ ਸਵਰ ਇਹ 3 ਤਾਂ ਹੈਗੇ ਆ, ਇਹ ਪਿਛਲਾ ਸਵਰ ਨਹੀਂ ਹੈ। ਲਘੂ ਸਵਰ ਇਹ 3 ਹੈਗੇ ਆ, ਐੜਾ, ਈੜੀ ਨੂੰ ਸਿਹਾਰੀ ਦੀ ਮਾਤਰਾ ਤੇ ਔਂਕੜ ਦੀ ਮਾਤਰਾ, ਇਹ ਲਘੂ ਸਵਰ ਹੈਗੇ ਹਨ 3। ਤਾਂ ਸਾਡਾ ਜਿਹੜਾ ਸੁਮੇਲਤ ਨਹੀਂ ਹੈ ਇਸ ਦਾ ਉੱਤਰ ਹੈ ਪਿਛਲੇ ਸਵਰ। ਆਹ 3 ਤਾਂ ਹੈਗੇ ਆ, ਆਹ ਊੜੇ ਨੂੰ ਜਿਹੜੀ ਔਂਕੜ ਦੀ ਮਾਤਰਾ ਲੱਗੀ ਆ, ਯਾਨੀ ਕਿ ਉਹ ਇਹ ਸੁਮੇਲਤ ਨਹੀਂ ਹੈ। ਆਸ ਕਰਦਾ ਹਾਂ ਕਿ ਤੁਸੀਂ ਇਸ ਦੇ ਵਿੱਚੋਂ ਬਹੁਤ ਸਾਰੇ ਪ੍ਰਸ਼ਨਾਂ ਨੂੰ ਪਹਿਲੀ ਵਾਰ ਦੇਖਿਆ ਹੋਣਾ ਹੈ ਤੇ ਤੁਹਾਡੇ ਗਿਆਨ ਦੇ ਵਿੱਚ ਵਾਧਾ ਹੋਇਆ ਹੋਣਾ ਹੈ। ਤੁਹਾਡੇ ਹੁੰਗਾਰੇ ਦੀ ਉਡੀਕ ਦੇ ਵਿੱਚ ਤੇ ਜਿਹੋ ਜਿਹਾ ਤੁਹਾਡਾ ਹੁੰਗਾਰਾ ਰਹੇਗਾ, ਫਿਰ ਅਗਲੀ ਪ੍ਰਸ਼ਨੋਤਰੀ ਲੈ ਕੇ ਹਾਜ਼ਰ ਹੋਵਾਂਗਾ। ਆਪ ਸਭ ਵਿਦਿਆਰਥੀਆਂ ਦਾ ਬਹੁਤ ਬਹੁਤ ਧੰਨਵਾਦ।